ਬੀਤੇ ਦਿਨੀ ਮੋਗਾ ਦੀ ਰਹਿਣ ਵਾਲੀ ਜਸਪ੍ਰੀਤ ਕੌਰ ਜੋ ਕਿ ਬੀਤੇ 3 ਸਾਲ ਤੋਂ ਵਿਆਹ ਕਰਵਾਉਣ ਤੋਂ ਬਾਅਦ ਕੈਨੇਡਾ ਦੇ ਟੋਰਾਂਟੋ ਦੇ ਵਿੱਚ ਰਹਿ ਰਹੀ ਸੀ। ਖਬਰ ਮਿਲੀ ਕਿ ਉਸਨੇ ਉੱਥੇ ਆਪਣੀ ਜ਼ਿੰਦਗੀ ਨੂੰ ਖਤਮ ਕਰ ਲਿਆ। ਇਸ ਦੇ ਪਿੱਛੇ ਦਾ ਕਾਰਨ ਜਾਣਨ ਦੇ ਲਈ ਪੇਕੇ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਕਿ ਸਹੁਰਾ ਪਰਿਵਾਰ ਦੇ ਵੱਲੋਂ ਉਸ ਨੂੰ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ, ਵਾਪਸ ਇੰਡੀਆ ਬੁਲਾਇਆ ਜਾ ਰਿਹਾ ਸੀ ਅਤੇ ਤਲਾਕ ਦੇਣ ਦੀ ਧਮਕੀ ਦਿੰਦੇ ਹੋਏ 35 ਲੱਖ ਰੁਪਏ ਮੰਗੇ ਜਾ ਰਹੇ ਸਨ। इस सारे मामले ते काफ़ी कुछ जानकारी सामने आ रही है, जिस दे विच कुड़ी दे माता भरा उसदी एक दोस्त जिहड़ी कि बाहर ही उसदे नाल रहिंदी है, उस तो इलावा हुण सोहरे परिवार दे वल्लों भी सामने आके अपना पक्ष रखिया गया। इस सारी गलबात नूं डूंघाई दे नाल समझण दे लई पूरी खबर नूं तुसीं ध्यान दे नाल जरूर सुणिओ। पर पहलां तुहानूं एक वारी दस दईए कि 4 अगस्त 2019 नूं विआह हुंदा है जसप्रीत अते गुरमीत सोही दा। ਵਿਆਹ ਦੇ ਵਿੱਚ ਰਿਸ਼ਤਾ ਠੀਕ ਠਾਕ ਚੱਲ ਰਿਹਾ ਸੀ। ਇਸ ਸਾਰੇ ਮਾਮਲੇ ਤੇ ਤੁਸੀਂ ਬੀਤੇ ਦਿਨ ਕੁੜੀ ਵਾਲਿਆਂ ਦਾ ਪੱਖ ਸੁਣ ਚੁੱਕੇ ਹੋ ਕਿ ਕਿਸ ਤਰ੍ਹਾਂ ਦੇ ਨਾਲ ਉਹਨਾਂ ਦੀ ਕੁੜੀ ਦੇ ਨਾਲ ਇਹ ਸਾਰੀ ਘਟਨਾ ਵਾਪਰੀ ਹੈ। ਉਹਨਾਂ ਦੇ ਪਿਤਾ ਜੀ ਦੀ ਇੱਕ ਵਾਰ ਗੱਲਬਾਤ ਸੁਣ ਲੈਂਦੇ ਹਾਂ, ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਕਿ ਇਸ ਬਾਰੇ ਮੁੰਡੇ ਵਾਲਿਆਂ ਨੇ ਕੀ ਕੁਝ ਜਵਾਬ ਦਿੱਤਾ। ਪਰ ਤੰਗ ਵਾਲਾ ਕਰਦਾ ਯਾਨੀ ਕਿ ਉਹਨੂੰ ਆਂਦਾ ਸੀ ਵੀ ਤੁਹਾਨੂੰ ਤਲਾਕ ਦੇ ਜਿੱਥੇ ਜਾਂਦੀ ਸੀ ਤੇ 35 ਲੱਖ ਰੁਪਈਆ ਸੀ। ਕਿੱਥੇ ਹੈ ਉਹਦਾ ਸਹੁਰਾ ਪਰਿਵਾਰ, ਕਿੱਥੇ ਕਿਹੜਾ ਪਿੰਡ? ਉਹ ਹੈਗਾ ਨਾਰਾਇਣਗੜ੍ਹ। ਪਰਿਵਾਰ ਉਹ ਤਲਾਕ ਕਿਉਂ ਮੰਗਦੇ ਸੀ? ਤਲਾਕ ਉਹ ਮੰਗਦੇ ਸੀ ਵੀ ਉਹਨਾਂ ਨੇ 3 ਵਾਰੀ ਕੁੜੀ ਨੇ ਫਾਈਲ ਲਵਾਈ ਸੀ ਤੇ ਉਹਦਾ ਇਹ ਨਹੀਂ ਪਤਾ ਸਾਨੂੰ ਫਾਈਲ ਕਿੰਨੇ ਵਾਰੀ ਰਿਫਿਊਜ਼ਲ ਹੋ ਗਈ। ਉਹਨਾਂ ਦਾ ਮੇਰਾ ਲੱਗਦਾ ਨਹੀਂ ਵੀ ਰਹਿਣਾ, ਮੈਂ ਇਸੇ ਨਾਲ ਹੀ ਰਹਿਣਾ, ਹੋਰ ਮੈਂ ਕਿਸੇ ਨਾਲ ਰਹਿ ਨਹੀਂ ਸਕਦਾ। ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਹਾਂ ਵੀਰੇ, ਵੀ ਸਾਡੀ ਧੀ ਮਾਰੀ ਆ, ਸਾਨੂੰ ਇਨਸਾਫ ਮਿਲਣਾ ਚਾਹੀਦਾ। ਕੱਲੀ ਗਈ ਸੀ, ਬਹੁਤ ਵਧੀਆ ਵਿਆਹ ਕਰਕੇ 25 ਲੱਖ ਰੁਪਏ ਉਹਦੇ ਵਿਆਹ ਤੇ ਲਾ ਕੇ ਭੇਜੀ ਸੀ, ਲਾਇਆ ਸੀ। ਬਸ ਸਿਰਫ ਇੱਕ ਗੱਲ, ਜਦੋਂ ਅਸੀਂ ਕੁਛ ਵੀ ਕਹਿੰਦੇ ਸੀ ਸਾਨੂੰ ਤਾਂ ਇਹੀ ਕਹਿੰਦੀ ਸੀ ਵੀ ਮੈਂ ਤਲਾਕ ਨਹੀਂ ਦੇਣੇ, ਮੈਂ ਦੁਨੀਆ ਛੱਡਣੀ। ਇਸ ਸਾਰੇ ਮਾਮਲੇ ਤੇ ਮੁੰਡੇ ਦਾ ਕਹਿਣਾ ਸੀ ਕਿ ਕੁੜੀ ਕੰਮ ਤੇ ਨਹੀਂ ਜਾਂਦੀ ਸੀ ਤੇ ਉਸ ਨੂੰ ਬੀਤੇ ਸਾਲ ਤੋਂ ਪੈਸੇ ਮੈਂ ਹੀ ਭੇਜਦਾ ਸੀ। 3 ਸਾਲ ਤੋਂ ਘਰ ਦੇ ਕਹਿੰਦੇ ਸੀ ਉਸ ਨੂੰ ਕਿ ਵਾਪਸ ਇੰਡੀਆ ਆ ਜਾਵੇ। ਮੁੰਡਾ ਇਹ ਚਾਹੁੰਦਾ ਸੀ ਕਿ ਕੁੜੀ ਵਾਪਸ ਆ ਜਾਵੇ, ਪਰ ਉਸਦੇ ਪਰਿਵਾਰਿਕ ਮੈਂਬਰ ਯਾਨੀ ਕਿ ਉਸ ਕੁੜੀ ਦੇ ਮਾਤਾ ਅਤੇ ਭਰਾ ਨਹੀਂ ਚਾਹੁੰਦੇ ਸੀ ਕਿ ਉਹ ਵਾਪਸ ਆਣ। ਇਹ ਮਸਲਾ ਖੜਾ ਹੋਣ ਤੋਂ ਬਾਅਦ ਇਹ ਵੀ ਦੱਸਿਆ ਗਿਆ ਕਿ ਕੁੜੀ ਦੇ ਪਰਿਵਾਰਿਕ ਮੈਂਬਰਾਂ ਨੇ ਬੀਤੇ ਦਿਨ ਜਿਹੜੇ ਇਲਜ਼ਾਮ ਲਗਾਏ ਸੀ ਮੁੰਡੇ ਤੇ ਉਹ ਗਲਤ ਨੇ। ਇਹਨਾਂ ਨੂੰ ਗਲਤ ਸਾਬਿਤ ਕਰਨ ਦੇ ਲਈ ਮੁੰਡੇ ਵਾਲਿਆਂ ਨੇ ਕੀ ਕੁਝ ਕਿਹਾ ਉਹ ਜਾਣ ਲੈਂਦੇ ਆ। ਉਹਨਾਂ ਦਾ ਕਹਿਣਾ ਸੀ ਕਿ ਉਹ 1 ਮਹੀਨਾ ਇੱਥੇ ਰਹੀ ਸੀ ਵਿਆਹ ਤੋਂ ਬਾਅਦ। 4 ਅਗਸਤ 2019 ਨੂੰ ਜਦੋਂ ਵਿਆਹ ਹੋਇਆ ਸੀ ਤਾਂ ਇੰਡੀਆ ਰਹੀ ਉਹ ਕੁੜੀ ਜਸਪ੍ਰੀਤ ਅਤੇ ਫਿਰ ਉਹ ਬਾਹਰ ਚਲੀ ਗਈ। 1 ਮਹੀਨਾ ਇੱਥੇ ਰਹਿਣ ਤੋਂ ਬਾਅਦ ਜਦੋਂ ਕੁੜੀ ਬਾਹਰ ਚਲੀ ਜਾਂਦੀ ਹੈ, ਇੱਕ ਵਾਰ ਫਿਰ ਉਹ ਬਾਹਰੋਂ ਇੰਡੀਆ ਆ ਕੇ ਇੱਕ ਗੇੜਾ ਲਗਾਉਂਦੀ ਹੈ ਅਤੇ ਦੋਵੇਂ ਪਤੀ ਪਤਨੀ ਮਲੇਸ਼ੀਆ ਘੁੰਮਣ ਜਾਂਦੇ ਨੇ। ਉਸ ਤੋਂ ਬਾਅਦ ਉਹ ਵਾਪਸ ਚਲੀ ਜਾਂਦੀ ਹੈ। ਉੱਥੇ ਜਾ ਕੇ ਉਹ ਆਫਰ ਲੈਟਰ ਤਾਂ ਮੁੰਡੇ ਨੂੰ ਭੇਜ ਦਿੰਦੀ ਆ, ਪਰ ਫਿਰ ਵੀ ਮੁੰਡੇ ਦੀ ਫਾਈਲ ਨਹੀਂ ਲੱਗਦੀ। ਫਾਈਲ ਰਿਜੈਕਟ ਹੋਣ ਦੇ ਪਿੱਛੇ ਦਾ ਕਾਰਨ ਵੀ ਇਹੀ ਸੀ ਕਿ ਪੂਰੇ ਡਾਕੂਮੈਂਟਸ, ਪੂਰੀਆਂ ਰਸੀਦਾਂ ਨਹੀਂ ਭੇਜੀਆਂ ਗਈਆਂ ਸਨ। ਔਰ ਰਸੀਦਾਂ ਨਾ ਭੇਜਣ ਦੇ ਪਿੱਛੇ ਦਾ ਵੀ ਇੱਕ ਕਾਰਨ ਸੀ ਕਿ ਉਸ ਨੂੰ ਆਫਰ ਲੈਟਰ ਤਾਂ ਮਿਲ ਰਹੇ ਸੀ, ਕਦੀ ਲੰਡਨ ਕਦੀ ਬਰੈਂਪਟਨ ਦੇ। ਫੀਸ ਲਈ ਵੀ ਪੈਸੇ ਲਗਾਤਾਰ ਮੁੰਡੇ ਦੇ ਵੱਲੋਂ ਭੇਜੇ ਜਾ ਰਹੇ ਸਨ, ਪਰ ਉਸ ਕੁੜੀ ਨੇ ਇਹ ਨਹੀਂ ਦੱਸਿਆ ਸੀ ਕਿ ਉਹ ਫੇਲ ਹੋ ਗਈ ਸੀ। ਇਹੀ ਕਾਰਨ ਸੀ ਜਿਸ ਕਰਕੇ ਮੁੰਡੇ ਦਾ ਵੀ ਵੀਜ਼ਾ ਰਿਜੈਕਟ ਹੋ ਰਿਹਾ ਸੀ। ਇਹ ਸਾਰੇ ਇਲਜ਼ਾਮ ਵੀ ਮੁੰਡੇ ਦੇ ਵੱਲੋਂ ਹੀ ਲਗਾਏ ਗਏ ਨੇ। ਹਾਲਾਂਕਿ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਕਿ ਫਾਈਲ ਰਿਜੈਕਟ ਹੋਣ ਦਾ ਕਾਰਨ ਕੀ ਸੀ। ਦਰਅਸਲ ਵਿਦੇਸ਼ ਦੇ ਵਿੱਚ ਰਹਿ ਰਹੀ ਜਸਪ੍ਰੀਤ ਦਾ ਵੀਜ਼ਾ ਖੁਦ ਦਾ ਵੀ ਐਕਸਪਾਇਰ ਹੋ ਚੁੱਕਿਆ ਸੀ 2021 ਦੇ ਵਿੱਚ ਹੀ। ਉਹ ਕਹਿੰਦੀ ਸੀ ਕਿ ਮੈਨੂੰ ਜਲਦ ਹੀ ਵੀਜ਼ਾ ਮਿਲ ਜਾਵੇਗਾ। ਇਹ ਵੀ ਕਹਿੰਦੀ ਸੀ ਕਿ ਮੈਂ ਕੰਮ ਤੇ ਜਾਂਦੀ ਹਾਂ, ਪਰ ਉੱਥੇ ਪੈਸੇ ਘੱਟ ਮਿਲਦੇ ਨੇ, ਜਿਸ ਕਰਕੇ ਉਸ ਦਾ ਇੱਥੇ ਰਹਿੰਦਾ ਪਤੀ ਹੀ ਉਸ ਨੂੰ ਪੈਸੇ ਭੇਜਦਾ ਸੀ। ਮੁੰਡੇ ਦੇ ਵੱਲੋਂ ਇਹ ਵੀ ਦੱਸਿਆ ਗਿਆ ਕਿ ਉਹ ਲਗਾਤਾਰ ਕੁੜੀ ਵਾਲਿਆਂ ਦੇ ਸੰਪਰਕ ਦੇ ਵਿੱਚ ਸੀ, ਉਹਨਾਂ ਦੇ ਘਰਦਿਆਂ ਦਾ ਧਿਆਨ ਰੱਖਦਾ ਸੀ। ਕੁੜੀ ਦੇ ਮਾਂ-ਬਾਪ ਉਸ ਦੇ ਨਾਲ ਸਹੀ ਢੰਗ ਨਾਲ ਬੀਤੇ ਸਮਿਆਂ 'ਚ ਰਹਿ ਰਹੇ ਸਨ। ਕੁੜੀ ਦੇ ਘਰ ਦੇ ਹੀ ਕੁੜੀ ਨੂੰ ਨਹੀਂ ਬੁਲਾਉਣਾ ਚਾਹੁੰਦੇ ਸੀ। ਇਹ ਇਲਜ਼ਾਮ ਹੁਣ ਮੁੰਡੇ ਵੱਲੋਂ ਕੁੜੀ ਦੇ ਮਾਪਿਆਂ ਤੇ ਲਗਾਇਆ ਗਿਆ। ਮੁੰਡੇ ਦਾ ਕਹਿਣਾ ਸੀ ਕਿ ਕੁੜੀ ਦੇ ਮਾਪੇ ਕਹਿੰਦੇ ਸੀ ਜੇਕਰ ਉਹ ਵਾਪਸ ਆਵੇਗੀ ਇੰਜ ਤਾਂ ਅਸੀਂ ਉਸ ਦੇ ਨਾਲ ਕੋਈ ਰਿਸ਼ਤਾ ਨਹੀਂ ਰੱਖਾਂਗੇ। ਇਹ ਸਾਰੀਆਂ ਗੱਲਾਂ ਬਾਤਾਂ ਹੁਣ ਸਾਹਮਣੇ ਆ ਰਹੀਆਂ ਨੇ। ਮੁੰਡੇ ਦਾ ਕਹਿਣਾ ਸੀ ਕਿ ਮੇਰੀ ਪਤਨੀ ਮੈਨੂੰ ਝੂਠ ਬੋਲਦੀ ਰਹੀ ਕਿ ਮੈਂ ਇੱਥੇ ਕੰਮ ਕਰਦੀ ਹਾਂ, ਜਦੋਂ ਕਿ ਉਹ ਕੋਈ ਕੰਮ ਨਹੀਂ ਕਰਦੀ ਸੀ, ਨਾ ਹੀ ਉਹ ਪੜ੍ਹਾਈ ਕਰ ਰਹੀ ਸੀ, ਪਰ ਫੀਸ ਦੇ ਪੈਸੇ ਇੱਥੋਂ ਭੇਜੇ ਜਾ ਰਹੇ ਸਨ। ਉਹ ਫੇਲ ਹੋ ਚੁੱਕੀ ਸੀ, ਇਸੇ ਕਰਕੇ ਟ੍ਰਾਂਸਕ੍ਰਿਪਟ ਇੱਥੇ ਨਹੀਂ ਪਹੁੰਚ ਰਹੀਆਂ ਸਨ।
ਕੁੜੀ ਦੇ ਮਨ ਤੇ ਹੁਣ ਇਸ ਗੱਲ ਦਾ ਦਬਾਅ ਦੱਸਿਆ ਜਾ ਰਿਹਾ ਹੈ ਮੁੰਡੇ ਵਾਲਿਆਂ ਦੇ ਵੱਲੋਂ ਕਿ ਉਸਦੇ ਮਾਪੇ ਮਾਂ ਅਤੇ ਭਰਾ ਕਹਿੰਦੇ ਸਨ ਕਿ ਜੇਕਰ ਕੁੜੀ ਵਾਪਸ ਆ ਗਈ ਤਾਂ ਅਸੀਂ ਉਸਦੇ ਨਾਲ ਰਿਸ਼ਤਾ ਨਹੀਂ ਰੱਖਾਂਗੇ, ਜਦੋਂ ਕਿ ਕੁੜੀ ਦੇ ਪਿਤਾ ਕਹਿੰਦੇ ਸੀ ਕਿ ਜੇ ਉਹ ਨਹੀਂ ਵੀ ਵਰਤਣਗੇ ਮੈਂ ਤੇਰੇ ਨਾਲ ਵਰਤ ਲਵਾਂਗਾ, ਤੂੰ ਵਾਪਸ ਆ ਸਕਦੀ ਹੈ। ਪਰ ਜਿੱਥੇ ਮੁੰਡਾ ਆਪਣੀ ਪਤਨੀ ਨੂੰ ਇੱਥੇ ਬੁਲਾਉਣਾ ਚਾਹੁੰਦਾ ਸੀ, ਉੱਥੇ ਹੀ ਕੁੜੀ ਹੁਣ ਦੋ ਪਾਸਿਆਂ ਦੇ ਵਿੱਚ ਫਸੀ ਹੋਈ ਸੀ। ਜਿੱਥੇ ਉਸਦਾ ਪਤੀ ਚਾਹੁੰਦਾ ਸੀ ਵਾਪਸ ਆ ਜਾਵੇ, ਪਰ ਸ਼ਾਇਦ ਉਸਦੀ ਮਾਂ ਤੇ ਭਰਾ ਨਹੀਂ ਚਾਹੁੰਦੇ ਸੀ। ਇਹ ਵੀ ਗੱਲਬਾਤ ਜਿਹੜੀ ਕਹੀ ਗਈ ਹੈ ਮੁੰਡੇ ਦੇ ਵੱਲੋਂ ਹੀ ਕਹੀ ਗਈ ਹੈ। ਇਸ ਬਾਰੇ ਕੋਈ ਵੀ ਹੁਣ ਤੱਕ ਪੁਖਤਾ ਜਾਣਕਾਰੀ ਨਹੀਂ ਹੈ, ਕਿਉਂਕਿ ਦੂਸਰੇ ਪੱਖ ਦੀ ਇਸ ਮਾਮਲੇ ਤੇ ਗੱਲਬਾਤ ਸਾਹਮਣੇ ਨਹੀਂ ਆਈ। ਇਹ ਵੀ ਪਤਾ ਲੱਗਿਆ ਕਿ ਬੀਤੇ ਦਿਨ ਕੁੜੀ ਲਗਾਤਾਰ ਆਪਣੇ ਪਤੀ ਨੂੰ 14-15 ਤਰੀਕ ਨੂੰ ਫੋਨ ਕਰ ਰਹੀ ਸੀ, ਪਰ ਮੁੰਡੇ ਨੇ ਫੋਨ ਨਹੀਂ ਚੁੱਕਿਆ। 18 ਅਤੇ 19 ਤਰੀਕ ਦੇ ਵਿਚਾਲੇ ਉਸਨੇ ਇੱਕ ਵੌਇਸ ਮੈਸੇਜ ਭੇਜਿਆ, ਜਿਸ ਦੇ ਵਿੱਚ ਉਸਨੇ ਆਪਣੇ ਪਤੀ ਨੂੰ ਜਾਣਕਾਰੀ ਦਿੱਤੀ ਕਿ ਮੈਂ ਆਪਣੀ ਜ਼ਿੰਦਗੀ ਖਤਮ ਕਰਨ ਵਾਲੀ ਹਾਂ, ਮੈਂ ਬੇहद ਹੀ ਜ਼ਿਆਦਾ ਤੰਗ ਪਰੇਸ਼ਾਨ ਹਾਂ, ਮੇਰੇ ਤੋਂ ਕੋਈ ਫੈਸਲਾ ਨਹੀਂ ਲਿਆ ਜਾ ਰਿਹਾ, ਜਿਸ ਕਰਕੇ ਮੈਂ ਇੰਜ ਕਰਨ ਜਾ ਰਹੀ ਹਾਂ ਤੇ ਇਸ ਦੇ ਲਈ ਕੋਈ ਵੀ ਜ਼ਿੰਮੇਵਾਰ ਨਹੀਂ ਹੈ। ਇਹ ਸਭ ਕੁਝ ਜਦੋਂ ਉਸਦੀ ਬਾਕੀ ਨਾਲ ਰਹਿੰਦੀਆਂ ਕੁੜੀਆਂ ਨੂੰ ਫੋਨ ਕਰਕੇ ਪੁੱਛਿਆ ਗਿਆ ਤਾਂ ਉਹਨਾਂ ਨੇ ਦੱਸਿਆ ਕਿ ਇਹ ਗੱਲ ਬਿਲਕੁਲ ਸੱਚ ਹੈ ਅਤੇ ਉਸਨੇ ਆਪਣੀ ਜ਼ਿੰਦਗੀ ਖਤਮ ਕਰ ਲਈ ਹੈ। ਬੀਤੇ ਦਿਨ ਪਿਤਾ ਦੇ ਵੱਲੋਂ ਦੱਸਿਆ ਗਿਆ ਸੀ ਕਿ ਸਾਡੀ ਕੁੜੀ ਨੇ ਜਾਣ ਤੋਂ ਪਹਿਲਾਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਸੀ, ਵੀਡੀਓ ਕਾਲ ਕੀਤੀ ਸੀ ਅਤੇ ਉਸ ਤੋਂ ਬਾਅਦ ਇਹ ਸਾਰਾ ਕਦਮ ਚੁੱਕਿਆ। ਇਸ ਦੇ ਨਾਲ ਹੀ ਕੁੜੀ ਦੀ ਮਾਂ ਨੇ ਦੱਸਿਆ, ਜਿਨ੍ਹਾਂ ਦਾ ਨਾਮ ਕੁਲਵਿੰਦਰ ਕੌਰ ਹੈ, ਕਿ ਮੇਰੀ ਕੁੜੀ ਦੁਨੀਆ ਇਸ ਕਰਕੇ ਛੱਡ ਗਈ ਕਿਉਂਕਿ ਉਹ ਨਹੀਂ ਚਾਹੁੰਦੀ ਸੀ ਕਿ ਉਸਦਾ ਪਤੀ ਉਸ ਨੂੰ ਤਲਾਕ ਦੇਵੇ, ਪਰ ਉਸਦਾ ਸਹੁਰਾ ਪਰਿਵਾਰ ਬਾਰ-ਬਾਰ ਧਮਕੀ ਦੇ ਰਿਹਾ ਸੀ ਕਿ ਅਸੀਂ ਤਲਾਕ ਦੇ ਦੇਵਾਂਗੇ। ਜਦੋਂ ਕਿ ਉਹਨਾਂ ਨੇ ਵਿਆਹ ਤੇ 25 ਲੱਖ ਰੁਪਏ ਲਗਾਇਆ ਸੀ, 700 ਬੰਦਾ ਇਹਨਾਂ ਦੀ ਬਰਾਤ ਦੇ ਵਿੱਚ ਆਇਆ ਸੀ, ਪਰ ਉਹਨਾਂ ਦੀ ਕੁੜੀ 2 ਮਹੀਨੇ ਤੋਂ ਪਰੇਸ਼ਾਨ ਇਸ ਕਰਕੇ ਸੀ। ਮਾਂ ਦਾ ਕਹਿਣਾ ਹੈ, ਮਾਂ ਨੇ ਕਿਹਾ ਕਿ ਉਹ ਤਲਾਕ ਅਤੇ 35 ਲੱਖ ਰੁਪਏ ਲਗਾਤਾਰ ਸਾਡੀ ਕੁੜੀ ਤੋਂ ਮੰਗ ਰਹੇ ਸਨ। ਤੇ ਹੁਣ ਇੱਧਰ ਕੁੜੀ ਦੀ ਮਾਂ ਦੇ ਵੱਲੋਂ ਕਿਹਾ ਗਿਆ ਕਿ ਉਹਨਾਂ ਨੇ ਤਲਾਕ ਅਤੇ 35 ਲੱਖ ਰੁਪਏ ਸਾਡੇ ਤੋਂ ਮੰਗੇ ਸਨ, ਜਿਸ ਕਰਕੇ ਮੇਰੀ ਕੁੜੀ ਪਰੇਸ਼ਾਨ ਰਹਿੰਦੀ ਸੀ। ਕੁੜੀ ਦੀ ਮਾਂ ਕੁਲਵਿੰਦਰ ਕੌਰ ਦੇ ਵੱਲੋਂ ਇਹ ਵੀ ਕਿਹਾ ਗਿਆ ਕਿ ਮੇਰੀ ਧੀ ਦੀ ਨਨਾਣ ਨੇ ਇਹ ਵੀ ਸਾਡੇ ਮੂੰਹ ਤੇ ਕਿਹਾ ਕਿ 1.5 ਸਾਲ ਪਹਿਲਾਂ ਹੀ ਅਸੀਂ ਤਾਂ ਤਲਾਕ ਮੰਗ ਰਹੇ ਸੀ, ਤੁਹਾਨੂੰ ਹੀ ਹੁਣ ਪਤਾ ਲੱਗਿਆ। ਇਹ ਸਾਰਾ ਮਾਮਲਾ ਇੱਥੇ ਆ ਕੇ ਅਟਕ ਜਾਂਦਾ ਹੈ ਕਿ ਕੁੜੀ ਵਾਲੇ ਕਹਿ ਰਹੇ ਨੇ ਕਿ ਮੁੰਡੇ ਵਾਲੇ ਤਲਾਕ ਮੰਗ ਰਹੇ ਸਨ, ਜਿਸ ਕਰਕੇ ਮੇਰੀ ਧੀ ਪਰੇਸ਼ਾਨ ਸੀ, ਤੇ ਮੁੰਡੇ ਵਾਲੇ ਕਹਿੰਦੇ ਨੇ ਕਿ ਉਹ ਇੰਡੀਆ ਬੁਲਾਉਣਾ ਚਾਹੁੰਦੇ ਸੀ, ਪਰ ਮਾਂ ਅਤੇ ਭਰਾ ਉਹਨੂੰ ਇੰਡੀਆ ਨਹੀਂ ਲਿਆਉਣਾ ਚਾਹੁੰਦੇ ਸਨ ਅਤੇ ਕਹਿੰਦੇ ਸੀ ਕਿ ਜੇਕਰ ਉਹ ਆਈ ਤਾਂ ਅਸੀਂ ਰਿਸ਼ਤਾ ਨਹੀਂ ਰੱਖਾਂਗੇ। ਇਸ ਵਿਚਾਲੇ ਕੁੜੀ ਦੀ ਮੁਸੀਬਤ ਇਹ ਬਣੀ ਹੋਈ ਸੀ ਕਿ ਉਹ ਐਗਜ਼ਾਮ ਤਾਂ ਦੇ ਰਹੀ ਸੀ, ਪਰ ਜਿਸ ਸਮੇਂ ਉਹ ਫੇਲ ਹੋ ਗਈ ਤਾਂ ਉਹ ਘਰ ਬੈਠ ਗਈ, ਨਾ ਹੀ ਉਹ ਕੰਮ ਕਰ ਰਹੀ ਸੀ। ਇਹ ਗੱਲ ਉੱਥੇ ਰਹਿੰਦੀ ਜਸਪ੍ਰੀਤ ਦੀ ਸਹੇਲੀ ਨੇ ਵੀ ਦੱਸਿਆ ਕਿ ਉਹ 1 ਸਾਲ ਤੋਂ ਕਿਤੇ ਵੀ ਕੰਮ ਨਹੀਂ ਕਰ ਰਹੀ ਸੀ, ਜਦੋਂ ਕਿ ਇਸ ਤੋਂ ਪਹਿਲਾਂ ਉਹ ਇੱਕ ਵੇਅਰ ਹਾਊਸ ਦੇ ਵਿੱਚ ਕੰਮ ਤੇ ਲੱਗੀ ਹੋਈ ਸੀ। ਇਸ ਸਾਰੇ ਮਾਮਲੇ ਬਾਰੇ ਕੁੜੀ ਦੇ ਭਰਾ ਦੇ ਵੱਲੋਂ ਦੱਸਿਆ ਗਿਆ ਕਿ ਸਾਨੂੰ 5 ਵਜੇ ਪੁਲਿਸ ਆਫੀਸਰ ਦਾ ਫੋਨ ਆਉਂਦਾ ਹੈ ਕਿ ਤੁਹਾਡੀ ਕੁੜੀ, ਜਿਸ ਦੀ ਉਮਰ 28 ਸਾਲ ਹੈ, ਨਾਮ ਜਸਪ੍ਰੀਤ ਹੈ, ਇਸ ਦੁਨੀਆ ਦੇ ਵਿੱਚ ਨਹੀਂ ਰਹੀ। ਇਸ ਸਾਰੇ ਮਾਮਲੇ ਤੇ ਉੱਥੇ ਰਹਿੰਦੀ ਇੱਕ ਕੁੜੀ ਜਿਸ ਦਾ ਨਾਮ ਜਸਲੀਨ ਹੈ, ਉਸਨੇ ਦੱਸਿਆ ਕਿ ਉਹ ਘਰ ਦੀ ਸਫਾਈ ਕਰ ਰਹੀ ਸੀ। ਸਵੇਰ ਦੇ 3 ਵਜੇ ਦਾ ਸਮਾਂ ਸੀ, ਨਾਈਟ ਸ਼ਿਫਟ ਦੇ ਵਿੱਚ। ਦੁਪਹਿਰੇ ਆ ਕੇ ਜਦੋਂ ਉਹ ਸੋ ਗਈ ਸੀ ਤਾਂ ਉਸਨੇ 3 ਵਜੇ ਸਫਾਈ ਕਰਨ ਤੋਂ ਬਾਅਦ ਬਾਹਰ ਜਾ ਕੇ ਦੇਖਿਆ, ਜਦੋਂ ਉਹ ਕੂੜਾ ਸੁੱਟਣ ਗਈ ਸੀ, ਕਿ ਉੱਥੇ ਜਸਪ੍ਰੀਤ ਕਿਸ ਤਰ੍ਹਾਂ ਦੇ ਨਾਲ ਦਮ ਤੋੜ ਚੁੱਕੀ ਹੈ। 3 ਵਜੇ ਸਵੇਰੇ ਉਸਨੇ ਆਪਣੀ ਸਹੇਲੀ ਨੂੰ ਦੇਖਿਆ ਕਿ ਕਿਸ ਤਰ੍ਹਾਂ ਦੇ ਨਾਲ ਇਹ ਸਾਰਾ ਭਾਣਾ ਉਸ ਦੇ ਨਾਲ ਵਾਪਰਿਆ। ਸਾਰਾ ਦਿਨ ਜਸਪ੍ਰੀਤ ਘਰ ਦੇ ਵਿੱਚ ਰਹਿੰਦੀ ਸੀ, ਜਸਲੀਨ ਦੇ ਵੱਲੋਂ ਦੱਸਿਆ ਗਿਆ। ਇਹ ਵੀ ਦੱਸਿਆ ਗਿਆ ਕਿ ਉਹ 1 ਸਾਲ ਤੋਂ ਕੰਮ ਨਹੀਂ ਕਰ ਰਹੀ ਸੀ, ਜਦੋਂ ਕਿ ਇਸ ਤੋਂ ਪਹਿਲਾਂ ਉਹ ਵੇਅਰ ਹਾਊਸ ਦੇ ਵਿੱਚ ਲੱਗੀ ਹੋਈ ਸੀ। ਦੱਸ ਦਈਏ ਕਿ 3 ਸਾਲ ਹੋ ਚੁੱਕੇ ਨੇ ਜਸਪ੍ਰੀਤ ਨੂੰ ਵਿਦੇਸ਼ ਦੇ ਵਿੱਚ ਗਏ ਹੋਏ। ਇਹ ਸਾਰਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਹੁਣ ਪੂਰੀ ਤਰ੍ਹਾਂ ਦੇ ਨਾਲ ਛਾਣਬੀਣ ਕੀਤੀ ਜਾ ਰਹੀ ਹੈ। ਭਰਾ ਦੇ ਵੱਲੋਂ ਕਿਹਾ ਗਿਆ ਕਿ ਮੇਰੀ ਭੈਣ ਨੇ 3 ਵਾਰ ਫਾਈਲ ਲਗਾਈ ਸੀ, ਪਰ ਉਸਦੀ ਫਾਈਲ, ਉਸਦੇ ਪਤੀ ਦੀ ਫਾਈਲ ਕਿਸੇ ਕਾਰਨਾਂ ਕਰਕੇ ਰਿਜੈਕਟ ਹੁੰਦੀ ਰਹੀ ਅਤੇ ਇਸ ਤੋਂ ਬਾਅਦ ਉਹਨਾਂ ਨੇ ਤਲਾਕ ਮੰਗਣਾ ਸ਼ੁਰੂ ਕੀਤਾ। 35 ਲੱਖ ਰੁਪਏ ਮੰਗੇ ਕਿਉਂਕਿ ਹੁਣ ਉਹ ਅੱਗੇ ਸਪੇਨ ਜਾਣਾ ਚਾਹੁੰਦੇ ਸਨ। ਇਹ ਸਾਰੇ ਇਲਜ਼ਾਮਾਂ ਦੇ ਵਿਚਾਲੇ ਜਿੰਨੀਆਂ ਵੀ ਖਬਰਾਂ ਸਾਹਮਣੇ ਆ ਰਹੀਆਂ ਨੇ ਤੁਹਾਡੇ ਸਾਹਮਣੇ ਰੱਖ ਦਿੱਤੀਆਂ ਗਈਆਂ ਨੇ। ਫਿਲਹਾਲ ਇਸ ਸਾਰੇ ਮਾਮਲੇ ਤੇ ਡੂੰਘਾਈ ਦੇ ਨਾਲ ਜਾਂਚ ਕਰਨੀ ਬਣਦੀ ਹੈ। ਇਹ ਘਟਨਾ ਵੀ ਹਲੇ ਨਵੀਂ ਹੀ ਹੈ, ਇਸ ਕਰਕੇ ਘਰਦਿਆਂ ਨੂੰ ਇੰਨਾ ਹੋਸ਼ ਵੀ ਨਹੀਂ ਕਿ ਉਹ ਸਹੀ ਢੰਗ ਦੇ ਨਾਲ ਸਹੀ ਗੱਲਬਾਤ, ਸਹੀ ਜਾਣਕਾਰੀ ਲੋਕਾਂ ਦੇ ਸਾਹਮਣੇ ਲਿਆ ਸਕਣ। ਪਰ ਇਹ ਜ਼ਰੂਰ ਪਤਾ ਲੱਗਿਆ ਕਿ ਕੁੜੀ ਵਾਲਿਆਂ ਅਤੇ ਮੁੰਡੇ ਵਾਲਿਆਂ ਦੇ ਵਿਚਾਲੇ ਜਿਹੜੀ ਤਲਖਬਾਜ਼ੀ ਚੱਲ ਰਹੀ ਸੀ, ਉਸ ਨੂੰ ਲੈ ਕੇ ਹੁਣ ਬੇਹੱਦ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਹੈ। ਬਹੁਤ ਹੀ ਗੰਭੀਰ ਗੱਲਾਂ ਸਾਹਮਣੇ ਆ ਰਹੀਆਂ ਨੇ। ਫਿਲਹਾਲ ਇਹ ਸਾਰੇ ਮਾਮਲੇ ਤੇ ਜਿੱਥੇ ਵਿਦੇਸ਼ ਦੇ ਵਿੱਚ ਬੈਠੀ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰੇਗੀ, ਉੱਥੇ ਹੀ ਹੁਣ ਪੰਜਾਬ ਦੇ ਵਿੱਚ ਵੀ ਇਹ ਸਾਰਾ ਮਾਮਲਾ ਕਿਸ ਪਾਸੇ ਨੂੰ ਜਾਵੇਗਾ, ਇਹ ਦੇਖਣਾ ਹੋਵੇਗਾ।